नमस्कार साथियों, रीड ते लेवल 1 ਅਤੇ 2 ਦੇ ਲਈ ਆਪਣੇ ਕੋਲ ਪੰਜਾਬੀ ਭਾਸ਼ਾ ਫਸਟ ਹੈ ਜੋ ਉੱਪਰ ਆਪਣਾ ਇੱਕ ਟੌਪਿਕ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹ ਦੋਨੋਂ ਲੈਵਲ ਦੇ ਅੰਦਰ ਫਸਟ ਲੈਂਗੁਏਜ ਪੰਜਾਬੀ ਦੇ ਅੰਦਰ ਇਹ ਟੌਪਿਕ ਦਿੱਤਾ ਗਿਆ ਹੈ। ਇਸ ਦੇ ਲਈ ਮੈਂ ਬਹੁਤ ਸਾਰੇ ਐਸੇ ਜਿਹੜੇ ਸ਼ਬਦ ਨੇ ਜਿਹੜੇ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਨ੍ਹਾਂ ਨੂੰ ਅਸੀਂ ਵਨ ਵਰਡ ਕਹਿ ਦਿੰਦੇ ਹਾਂ, ਇੱਕ ਸ਼ਬਦ ਕਹਿ ਦਿੰਦੇ ਹਾਂ, ਉਹ ਆਪ ਨੂੰ ਇਸ ਵੀਡੀਓ ਦੇ ਮਾਰਫਤ ਅਵੇਲੇਬਲ ਕਰਵਾਉਣ ਵਾਲਾ ਹਾਂ। ਅਤੇ ਇਸ ਦੇ ਨਾਲ ਹੀ ਨਾਲ ਆਪ ਨੂੰ ਇਸ ਦੀ PDF ਵੀ ਮੈਂ ਟੈਲੀਗ੍ਰਾਮ ਚੈਨਲ ਦੇ ਉੱਪਰ ਅਵੇਲੇਬਲ ਕਰਵਾ ਦਿਆਂਗਾ। ਬਹੁਤ ਸਾਰੇ ਸਾਥੀ ਇਹ ਰਿਕੁਐਸਟ ਕਰਦੇ ਨੇ ਕਿ ਜੀ PDF ਨਹੀਂ ਮਿਲ ਰਹੀ, ਤਾਂ ਤੁਸੀਂ ਚੈਨਲ ਦੇ ਜਿਹੜਾ PDF ਸੈਕਸ਼ਨ ਆ ਉਸ ਦੇ ਅੰਦਰ ਜਾ ਕੇ ਟੋਟਲ ਜਿੰਨੀ ਵੀ PDF ਆ ਉਹ ਚੈੱਕ ਕਰ ਸਕਦੇ ਹੋ ਕਿ ਕਿੰਨੀਆਂ PDF ਨੇ। ਮੈਂ ਜੋ ਵੀ ਵੀਡੀਓ ਪਾ ਰਿਹਾ ਉਸ ਦੀ PDF ਵੀ ਤੁਹਾਨੂੰ 1 ਜਾਂ 2 ਦਿਨਾਂ ਦੇ ਅੰਦਰ ਅਵੇਲੇਬਲ ਕਰਵਾ ਰਿਹਾ। ਅਗਰ ਜੇਕਰ ਕੋਈ ਨਹੀਂ ਮਿਲੀ ਤਾਂ ਉਹ ਤੁਸੀਂ ਕਮੈਂਟ ਦੇ ਮਾਰਫਤ ਮੈਨੂੰ ਜ਼ਰੂਰ ਦੱਸਣਾ। ਮੈਂ ਹਰ ਇੱਕ ਵੀਡੀਓ ਉਹਦੀ ਜਿਹੜੀ PDF ਹੈ ਉਹ ਆਪ ਨੂੰ ਜ਼ਰੂਰ ਪ੍ਰੋਵਾਈਡ ਕਰਵਾਵਾਂਗਾ। ਤਾਂ ਆਓ ਸਾਥੀਓ ਆਪਾਂ ਗੱਲ ਕਰਦੇ ਹਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹ ਆਪ ਨੂੰ ਹਰ ਲੈਂਗੁਏਜ ਦੇ ਅੰਦਰ ਮਿਲਦੇ ਨੇ ਅਤੇ ਪੰਜਾਬੀ ਦੇ ਅੰਦਰ ਵੀ ਹੈ। ਪ੍ਰੀਖਿਆ ਦੇ ਅੰਦਰ ਇਸ ਸੰਬੰਧੀ ਜੋ ਪ੍ਰਸ਼ਨ ਪੁੱਛਿਆ ਜਾਣ ਵਾਲਾ ਹੈ ਉਹ ਸਿੱਧਾ ਸਿੱਧਾ ਪੁੱਛਿਆ ਜਾਣ ਵਾਲਾ, ਕੋਈ ਉਲਝਾ ਕੇ ਨਹੀਂ ਪੁੱਛਿਆ ਜਾਏਗਾ। ਆਪ ਨੂੰ ਇੱਕ ਸ਼ਬਦ ਚੁਣਨ ਲਈ ਕਿਹਾ ਜਾਏਗਾ। ਇੱਕ ਪੰਕਤੀ ਦੇ ਅੰਦਰ, ਇੱਕ ਵਾਕ ਦੇ ਅੰਦਰ ਆਪ ਨੂੰ ਇੱਕ ਪ੍ਰਸ਼ਨ ਮਿਲੇਗਾ ਜਿਹਦੇ ਲਈ ਪੁੱਛਿਆ ਜਾਏਗਾ ਕਿ ਇਸ ਦਾ ਇੱਕ ਸ਼ਬਦ ਕੀ ਹੋਏਗਾ। ਇਹਦੇ ਲਈ ਸਾਨੂੰ ਬਹੁਤ ਸਾਰੇ ਇਸ ਪ੍ਰਕਾਰ ਦੇ ਸ਼ਬਦਾਂ ਦੀ ਪ੍ਰੈਕਟਿਸ ਕਰਨੀ ਪਏਗੀ ਅਤੇ ਉਸੇ ਪ੍ਰੈਕਟਿਸ ਦੇ ਉਦੇਸ਼ ਨਾਲ ਮੈਂ ਆਪ ਨੂੰ ਇਹ ਸ਼ਬਦ ਅਵੇਲੇਬਲ ਕਰਵਾ ਰਿਹਾ। ਹਾਲਾਂਕਿ ਇੰਨੇ ਕਾਫੀ ਨਹੀਂ ਹੈ। ਮੈਂ ਇਹ ਸੁਝਾਅ ਦਿਆਂਗਾ ਕਿ ਆਪ ਨੂੰ ਪੰਜਾਬੀ ਦੀਆਂ ਪਾਸਬੁੱਕਾਂ ਦੇ ਅੰਦਰ, ਗਾਈਡਾਂ ਦੇ ਅੰਦਰ, ਚਾਹੇ ਉਹ ਸਕੂਲੀ ਜਮਾਤਾਂ ਦੀਆਂ ਹੋਣ ਜਾਂ ਫਿਰ ਕਾਲਜੀ ਜਮਾਤਾਂ ਦੀਆਂ ਹੋਣ ਜਾਂ ਕੋਈ ਕੰਪੀਟੀਸ਼ਨ ਮੁਕਾਬਲਿਆਂ ਦੀਆਂ ਕੋਈ ਵਿਆਕਰਣ ਦੀਆਂ ਬੁੱਕਾਂ ਹੋਣ, ਜਿੱਥੇ ਵੀ ਇਹ ਚੀਜ਼ਾਂ ਮਿਲਣ, ਤੁਸੀਂ ਜਿੱਥੋਂ ਆਪਣੇ ਆਪ ਨੂੰ ਵਧੇਰੇ ਇਹ ਸਮਝੋ ਕਿ ਇਹ ਤੁਹਾਡੇ ਲਈ ਵਧੇਰੇ ਲਾਹੇਵੰਦ ਹੈ ਤਾਂ ਉੱਥੋਂ ਜ਼ਰੂਰ ਪੜ੍ਹ ਲੈਣਾ। ਪਰ ਮੇਰੇ ਕੋਲ ਜਿੰਨੇ ਕਿ ਸ਼ਬਦ ਨੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇੰਪੋਰਟੈਂਟ ਆਪ ਨੂੰ ਅਵੇਲੇਬਲ ਕਰਵਾਵਾਂ ਤਾਂ ਇਹ ਵੀ ਮਿਲ ਜਾਣਗੇ। ਤਾਂ ਉਹ ਸਾਥੀਓ ਆਪਾਂ ਗੱਲ ਕਰਦੇ ਹਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਅਜਿਹੇ ਸ਼ਬਦ ਜੋ ਕਿਸੇ ਇੱਕ ਸਮੂਹ ਜਾਂ ਵਾਕ ਦਾ ਅਰਥ ਇੱਕ ਸ਼ਬਦ ਵਿੱਚ ਪ੍ਰਗਟ ਕਰਦਾ ਹੈ ਉਸ ਨੂੰ ਅਸੀਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਿੱਚ ਪੜ੍ਹਦੇ ਹਾਂ। ਯਾਨੀ ਇੱਕ ਵਾਕ ਦੇ ਲਈ ਜਦੋਂ ਆਪਾਂ ਕੋਈ ਇੱਕ ਸ਼ਬਦ, ਕਈ ਵਾਰ ਆਪਾਂ ਕੋਈ ਗੱਲ ਕਹਿਣ ਦੇ ਲਈ ਇੱਕ ਪੰਕਤੀ ਯਾਨੀ ਇੱਕ ਵਾਕ ਬੋਲਦੇ ਹਾਂ ਪਰ ਉਹਦੇ ਲਈ ਪ੍ਰੋਪਰ ਕੋਈ ਇੱਕ ਸ਼ਬਦ ਵੀ ਹੁੰਦਾ ਹੈ। ਤਾਂ ਐਸਿਆਂ ਦੇ ਲਈ ਆਪਣੇ ਇਹ ਪੁਆਇੰਟ ਹੈ, ਯਾਨੀ ਇਹਨੂੰ ਆਪਾਂ ਸਮਝ ਕੇ ਥੋੜ੍ਹਾ ਜਿਹਾ ਅਤੇ ਆਪਣੀ ਨੌਲੇਜ ਦੇ ਆਧਾਰ 'ਤੇ ਇਸ ਦਾ ਜਵਾਬ ਦੇ ਸਕਦੇ ਹਾਂ। ਇਸ ਦਾ ਰੱਟਾ ਨਹੀਂ ਲਗਾਇਆ ਜਾ ਸਕਦਾ, ਇਹ ਕਿਤੋਂ ਵੀ ਹੋ ਸਕਦੀ, ਇਹਦੀ ਕੋਈ ਲਿਮੀਟੇਸ਼ਨ ਨਹੀਂ ਹੈ। ਇਹਦੇ ਲਈ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜਿਹੜਾ 12th ਤੱਕ ਦਾ ਸਿਲੇਬਸ ਉਹ ਜ਼ਰੂਰ ਤੁਸੀਂ ਪੰਜਾਬੀ ਦਾ ਦੇਖ ਲੈਣਾ, ਕਿਉਂਕਿ ਲੰਬਾ ਚੌੜਾ ਨਹੀਂ ਹੈ, ਬੜਾ ਸ਼ਾਰਟ ਜਿਹਾ ਹੀ ਹੈ। ਉਸ ਦੇ ਅੰਦਰੋਂ ਕੋਈ ਨਾ ਕੋਈ ਇਸ ਪ੍ਰਕਾਰ ਦਾ ਸ਼ਬਦ ਪੁੱਛ ਲਿਆ ਜਾਏਗਾ। ਜਿਵੇਂ ਸੱਪ ਦਾ ਬੱਚਾ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਸਪੂਲੀਆ ਹੋ ਗਿਆ। ਪਹਿਲਵਾਨਾਂ ਦੇ ਘੁਲਣ ਦੀ ਥਾਂ ਉਸ ਨੂੰ ਆਪਾਂ ਕਹਿੰਦੇ ਹਾਂ ਅਖਾੜਾ। ਦਿਲ ਦੀਆਂ ਜਾਣਨ ਵਾਲਾ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਉਸ ਨੂੰ ਆਪਾਂ ਅੰਤਰਯਾਮੀ ਕਹਿੰਦੇ ਹਾਂ। ਜਾਂ ਇਸ ਪ੍ਰਕਾਰ ਦੇ ਆਪ ਨੂੰ ਹੋਰ ਬਹੁਤ ਸਾਰੇ ਸ਼ਬਦ ਮਿਲਣ ਵਾਲੇ ਨੇ। ਮੈਂ ਕੁਝ ਸ਼ਬਦਾਂ ਦੀ ਪ੍ਰੈਕਟਿਸ ਕਰਵਾਉਣਾ ਹਾਂ ਅਤੇ ਇਸ ਦੇ ਨਾਲ ਹੀ ਆਪ ਨੂੰ ਬਹੁਤ ਸਾਰੇ ਵੀਡੀਓ ਦੇ ਜਿਹੜੇ ਲਿੰਕ ਨੇ ਉਹ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਅੰਦਰ ਦੇ ਦਿਆਂਗਾ। ਟੈਲੀਗ੍ਰਾਮ ਦੇ ਉੱਪਰ ਵੀ ਅਵੇਲੇਬਲ ਕਰਵਾ ਦਿਆਂਗਾ, ਜਿਸ ਦੇ ਨਾਲ ਤੁਸੀਂ ਇਹ ਸਾਰੇ ਜਿਹੜੇ ਸ਼ਬਦ ਨੇ ਇਹਨਾਂ ਦੀ ਪ੍ਰੈਕਟਿਸ ਕਰ ਸਕੋ। ਅਤੇ ਮੈਂ ਆਪ ਨੂੰ ਸੁਝਾਅ ਦਿਆਂਗਾ ਕਿ ਜਦੋਂ ਤੁਸੀਂ ਕਿਤਾਬ ਤੋਂ ਪੜ੍ਹਦੇ ਹੋਏ ਆਪਣੇ ਆਪ ਨੂੰ ਇਹ ਮਹਿਸੂਸ ਕਰੋ ਕਿ ਥੱਕ ਚੁੱਕੇ ਹੋ ਤਾਂ ਉਦੋਂ ਇਸ ਪ੍ਰਕਾਰ ਦੇ ਵੀਡੀਓ ਦਾ ਸਹਾਰਾ ਲਿਆ ਕਰੋ, ਜਿਸ ਦੇ ਨਾਲ ਤਿਆਰੀ ਵੀ ਹੁੰਦੀ ਰਹਿੰਦੀ ਹੈ, ਤੁਸੀਂ ਆਪਣੀ ਪੜ੍ਹਾਈ ਦੇ ਨਾਲ ਵੀ ਜੁੜੇ ਰਹਿੰਦੇ ਹੋ ਅਤੇ ਨਾਲ ਹੀ ਨਾਲ ਤੁਸੀਂ ਆਪਣੇ ਟੌਪਿਕ ਨੂੰ ਵੀ ਰਿਵਾਈਜ਼ ਕਰ ਰਹੇ ਹੁੰਦੇ ਹੋ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਆਪਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਬਿਨਾਂ ਰੁਕੇ ਪੜ੍ਹਿਆ ਜਾਏ ਤਾਂ ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਆਪਾਂ ਅਖੰਡ ਪਾਠ ਕਹਿ ਦਿੰਦੇ ਹਾਂ। ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ ਤਾਂ ਉਹਨੂੰ ਸਾਥੀਓ ਆਪਾਂ ਅਖਾੜਾ ਆਖਦੇ ਹਾਂ। ਜਿਸ ਨੂੰ ਸਹਾਰਿਆ ਨਾ ਜਾ ਸਕੇ ਯਾਨੀ ਜਿਸ ਨੂੰ ਸਹਿਣ ਨਾ ਕਰ ਸਕੀਏ ਤਾਂ ਉਹ ਹੋ ਗਿਆ ਐਸ ਹੈ। ਜੋ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ, ਯਾਨੀ ਕਿਸੇ 'ਤੇ ਆਪਾਂ ਕੋਈ ਭਲੇ ਮਾਨਸੀ ਦਾ ਕੰਮ ਕੀਤਾ ਅਤੇ ਅੱਗੋਂ ਉਹ ਆਪਣੇ ਉਹ ਭਲੇ ਮਾਨਸੀ ਦੇ ਕੰਮ ਨੂੰ ਉਹ ਵੈਲਿਊ ਨਹੀਂ ਦੇ ਰਿਹਾ, ਉਹ ਸਮਝ ਨਹੀਂ ਰਿਹਾ, ਉਹ ਕਹਿੰਦਾ ਫਿਰ ਕੀ ਹੈ ਕਰਤਾ ਤਾਂ ਇਸ ਪ੍ਰਕਾਰ ਦੇ ਲਈ ਆਪਣੇ ਕੋਲ ਇੱਕ ਸ਼ਬਦ ਹੈ ਐਕ੍ਰਿਤ ਕਣ।
जो किसी दी कीती जाने, यानी ਜਿਹੜਾ ਕੋਈ ਅਹਿਸਾਨ ਜਾਣਦਾ ਹੈ ਉਹਨੂੰ ਆਪਾਂ ਕ੍ਰਿਤਕ ਕਹਿ ਦਿੰਦੇ ਹਾਂ। ਫਿਰ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ 6 ਨੰਬਰ ਹੈ। ਇਹਦੇ ਅੰਦਰ ਪੁੱਛਿਆ ਗਿਆ ਹੈ ਜੋ ਦਿਲ ਖੋਲ ਕੇ ਦਾਨ ਕਰੇ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਉਦਾਰ ਚਿੱਤ। ਜੋ ਦਿਲ ਦੀਆਂ ਜਾਣਦਾ ਹੋਵੇ ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਅੰਤਰਯਾਮੀ। ਜਿਸ ਨੂੰ ਕੱਟਿਆ ਨਾ ਜਾ ਸਕੇ ਤਾਂ ਸਾਥੀਓ ਉਹਨੂੰ ਆਪਾਂ ਅਕੱਟ ਕਹਿ ਦਿੰਦੇ ਹਾਂ। ਜਿਸ ਨੂੰ ਹਰ ਇੱਕ ਚੀਜ਼ ਦਾ ਗਿਆਨ ਹੋਵੇ ਤਾਂ ਐਸੇ ਨੂੰ ਆਪਾਂ ਕੀ ਕਹਾਂਗੇ? ਗਿਆਨੀ ਕਹਾਂਗੇ, ਜਿਹਨੂੰ ਹਰ ਇੱਕ ਚੀਜ਼ ਦਾ ਗਿਆਨ ਹੋਵੇ। ਜਿਸ ਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਵੇ, ਮੈਂ ਇੱਥੇ ਗੱਲ ਹੋਰ ਦੱਸਣੀ ਚਾਹਾਂਗਾ ਕਿ ਥੋੜ੍ਹਾ ਜਿਹਾ ਵਾਕ ਦੇ ਉੱਪਰ ਧਿਆਨ ਦੇ ਕੇ ਉਸ ਨੂੰ ਸਮਝਣਾ ਹੁੰਦਾ। ਕਈ ਵਾਰੀ ਅਸੀਂ ਬੇਧਿਆਨੇ ਨਾ ਸ਼ਬਦ, ਇੱਦਾਂ ਦੇ ਛੋਟੇ ਛੋਟੇ ਸ਼ਬਦ ਹੁੰਦੇ ਆ ਨਾ, ਉਹਨਾਂ ਨੂੰ ਅਸੀਂ ਧਿਆਨ ਹੀ ਨਹੀਂ ਦਿੰਦੇ ਅਤੇ ਇਹ ਪੜ੍ਹ ਲੈਂਦੇ ਹਾਂ ਕਿ ਜਿਸ ਨੂੰ ਕਿਸੇ ਚੀਜ਼ ਦਾ ਗਿਆਨ ਹੋਵੇ। ਦਿਮਾਗ 'ਚ ਥੋੜ੍ਹਾ ਜਿਹਾ ਐਕਟਿਵ ਹੋ ਕੇ ਇਹ ਗੱਲਾਂ ਨੂੰ ਅਸੀਂ ਜਵਾਬ ਦੇਣੇ ਹੁੰਦੇ ਨੇ ਅਤੇ ਇਮਤਿਹਾਨ ਦੇ ਨਜ਼ਰੀਏ ਨਾਲ ਇਹ ਚੀਜ਼ਾਂ ਨੂੰ ਸਮਝਣਾ ਹੁੰਦਾ। ਤਾਂ ਜਿਹਨੂੰ ਗਿਆਨ ਨਾ ਹੋਵੇ ਅਗਿਆਨੀ, ਅਤੇ ਜਿਹਨੂੰ ਗਿਆਨ ਹੋਵੇ ਗਿਆਨੀ। ਜਿਹੜਾ ਰੱਬ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਉਹਨੂੰ ਆਪਾਂ ਆਸਤਕ ਕਹਿ ਦਿੰਦੇ ਹਾਂ, ਯਾਨੀ ਰੱਬ 'ਚ ਭਰੋਸਾ ਕਰਨ ਵਾਲਾ। ਜਿਹੜਾ ਰੱਬ ਵਿੱਚ ਵਿਸ਼ਵਾਸ ਨਹੀਂ ਕਰਦਾ ਯਾਨੀ ਨਹੀਂ ਰੱਖਦਾ ਤਾਂ ਉਹਨੂੰ ਆਪਾਂ ਨਾਸਤਕ ਕਹਿ ਦਿੰਦੇ ਹਾਂ। ਜੋ ਕਦੇ ਨਾ ਥੱਕੇ ਉਹਨੂੰ ਆਪਾਂ ਅਣਥੱਕ ਕਹਿ ਦਿੰਦੇ ਹਾਂ। ਜਿਸ ਨੂੰ ਜਿੱਤਿਆ ਨਾ ਜਾ ਸਕੇ ਤਾਂ ਉਹਨੂੰ ਆਪਾਂ ਅਜਿੱਤ ਕਹਿ ਦਿੰਦੇ ਹਾਂ। ਜੋ ਅਣਖ ਰੱਖਦਾ ਹੋਵੇ ਤਾਂ ਉਹਨੂੰ ਸਾਥੀਓ ਆਪਾਂ ਅਣਖੀਲਾ ਕਹਿੰਦੇ ਹਾਂ। ਜੋ ਕਦੇ ਨਾ ਟੁੱਟੇ ਤਾਂ ਉਹਨੂੰ ਆਪਾਂ ਅਟੁੱਟ ਕਹਿ ਦਿੰਦੇ ਹਾਂ। ਫਿਰ ਇਸ ਤੋਂ ਬਾਅਦ ਹੈ ਜੀ ਜੋ ਕਦੇ ਕੋਈ ਗਲਤੀ ਨਾ ਕਰੇ ਤਾਂ ਉਸ ਨੂੰ ਆਪਾਂ ਅਭੁੱਲ ਕਹਿ ਦਿੰਦੇ ਹਾਂ, ਯਾਨੀ ਜਿਹੜਾ ਕਦੇ ਵੀ ਕੋਈ ਗਲਤੀ ਨਹੀਂ ਕਰਦਾ ਤਾਂ ਉਹਨੂੰ ਆਪਾਂ ਅਭੁੱਲ ਕਹਿ ਦਿੰਦੇ ਹਾਂ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜੋ ਕੀਤੀ ਗੱਲ ਨੂੰ ਬਹੁਤ ਛੇਤੀ ਭੁੱਲ ਜਾਵੇ। ਜਿਹੜਾ ਕੋਈ ਗੱਲ ਕੀਤੀ ਆਪਾਂ ਉਸ ਨੂੰ ਬੜਾ ਛੇਤੀ ਵਿਸਾਰ ਦਿੱਤਾ ਤਾਂ ਐਸੇ ਲਈ ਆਪਾਂ ਕਹਾਂਗੇ ਭੁਲੱਕੜ। ਜੋ ਕਦੇ ਨਾ ਦਿਸੇ ਉਹ ਹੁੰਦਾ ਅਦਿੱਖ, ਯਾਨੀ ਜਿਹੜਾ ਦਿਖਾਈ ਨਹੀਂ ਦਿੰਦਾ। ਅਫੀਮ ਖਾਣ ਵਾਲਾ ਅਫੀਮੀ ਹੁੰਦਾ ਹੈ, ਇਹ ਤਾਂ ਸਭ ਨੂੰ ਪਤਾ ਹੋਏਗਾ ਹੀ। ਜਿਸ ਨੂੰ ਮੇਟਿਆ ਨਾ ਜਾ ਸਕੇ ਉਹਨੂੰ ਆਪਾਂ ਅਮਿੱਟ ਕਹਿ ਦਿੰਦੇ ਹਾਂ। ਜੋ ਮੋੜਿਆ ਨਾ ਜਾ ਸਕੇ ਉਹਨੂੰ ਆਪਾਂ ਅਮੋੜ ਕਹਿ ਦਿੰਦੇ ਹਾਂ। ਜੋ ਮਿਣਿਆ ਨਾ ਜਾ ਸਕੇ ਉਹਨੂੰ ਆਪਾਂ ਐਮਨ ਕਹਿ ਦਿੰਦੇ ਹਾਂ। ਜਿਸ ਨੂੰ ਰੋਕਿਆ ਨਾ ਜਾ ਸਕੇ ਉਹਨੂੰ ਆਪਾਂ ਰੁੱਖ ਕਹਿ ਦਿੰਦੇ ਹਾਂ। ਜਿਹੜਾ ਜ਼ਖਮ ਅਜੇ ਕੱਚਾ ਹੋਵੇ ਤਾਂ ਉਹਨੂੰ ਆਪਾਂ ਅੱਲਾ ਕਹਿੰਦੇ ਹਾਂ। ਜਿਸ ਨੂੰ ਗੱਲ ਕਰਨ ਦਾ ਤਜਰਬਾ ਨਾ ਹੋਵੇ ਤਾਂ ਉਹਨੂੰ ਆਪਾਂ ਅੱਲੜ ਕਹਿ ਦਿੰਦੇ ਹਾਂ। ਜਿਸ ਨੂੰ ਜਾਣਿਆ ਨਾ ਜਾ ਸਕੇ ਉਹ ਅਲੱਖ ਹੁੰਦਾ ਹੈ, ਅਲਖ ਕਹਿ ਦਿੰਦੇ ਆਪਾਂ ਉਸ ਨੂੰ। ਜਿਹੜਾ ਸੁਭਾਅ ਵਜੋਂ ਮਸਤ ਮਲੰਗ ਹੋਵੇ ਤਾਂ ਉਹਨੂੰ ਆਪਾਂ ਅਲਵੇਲਾ ਕਹਿੰਦੇ ਹਾਂ। ਜੋ ਸਦਾ ਹੀ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੋਵੇ ਤਾਂ ਉਹ ਹਮੇਸ਼ਾ ਹੀ ਆਸ਼ਾਵਾਦੀ ਅਖਵਾਉਂਦਾ ਹੈ, ਯਾਨੀ ਜਿਹੜਾ ਚੜ੍ਹਦੀਆਂ ਕਲਾਂ ਦੇ ਅੰਦਰ ਹੋਏਗਾ ਉਹਨੂੰ ਆਪਾਂ ਆਸ਼ਾਵਾਦੀ ਕਹਾਂਗੇ। ਇਸ ਤੋਂ ਬਾਅਦ ਆਪਣੇ ਕੋਲ ਹੋਰ ਸ਼ਬਦ ਆ ਜਾਂਦੇ ਨੇ। ਢਹਿੰਦੀਆਂ ਕਲਾਂ ਵਿੱਚ ਰਹਿਣ ਵਾਲਾ ਤਾਂ ਉਹਨੂੰ ਆਪਾਂ ਨਿਰਾਸ਼ਾਵਾਦੀ ਕਹਿੰਦੇ ਹਾਂ। ਜਿਹੜਾ ਕਿਸੇ ਕਾਨੂੰਨ ਦੀ ਪਰਵਾਹ ਨਾ ਕਰਦਾ ਹੋਵੇ ਤਾਂ ਉਹ ਆਕੀ ਹੁੰਦਾ ਹੈ ਹਮੇਸ਼ਾ ਹੀ। ਜੋ ਆਪਣੇ ਆਪ ਨੂੰ ਹੀ ਮਾਰ ਲਵੇ ਉਹਨੂੰ ਆਪਾਂ ਆਤਮਘਾਤ ਕਹਿੰਦੇ ਹਾਂ। ਜ਼ਿੰਦਗੀ ਵਿੱਚ ਆਪਣੇ ਨਾਲ ਬੀਤੀ ਹੋਈ ਘਟਨਾ ਆਪ ਬੀਤੀ ਹੁੰਦੀ ਹੈ, ਅਤੇ ਜਿਹੜੀ ਦੂਜਿਆਂ ਨਾਲ ਬੀਤੀ ਹੈ ਤਾਂ ਉਹਨੂੰ ਆਪਾਂ ਜਗ ਬੀਤੀ ਕਹਿ ਦਿੰਦੇ ਹਾਂ। ਜਿਸ ਪੁਸਤਕ ਵਿੱਚ ਲਿਖਾਰੀ ਆਪਣੀ ਜ਼ਿੰਦਗੀ ਬਾਰੇ ਲਿਖੇ ਤਾਂ ਉਹਨੂੰ ਆਤਮ ਕਥਾ ਕਹਿੰਦੇ ਹਾਂ। ਜਦੋਂ ਮੀਂਹ ਦੀ ਘਾਟ ਹੋਵੇ ਤਾਂ ਉਹਨੂੰ ਔੜ ਕਿਹਾ ਜਾਂਦਾ, ਯਾਨੀ ਮੀਂਹ ਦੀ ਜਿਹੜੀ ਘਾਟ ਹੁੰਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਔੜ ਕਹਿ ਦਿੰਦੇ ਹਾਂ। ਜੋ ਸਭ ਤੋਂ ਵੱਖਰਾ ਹੋਵੇ ਤਾਂ ਉਹਨੂੰ ਆਪਾਂ ਅਲੇਪ ਕਹਿ ਦਿੰਦੇ ਹਾਂ। ਜਿਹੜਾ ਸਭ ਤੋਂ ਹੀ ਇੱਕ ਨਿਰਾਲਾ ਵੱਖ ਪ੍ਰਕਾਰ ਦਾ ਹੋਵੇ। ਜਿਸ ਦੇ ਕੋਈ ਬੱਚਾ ਨਾ ਹੋਵੇ ਤਾਂ ਉਹਨੂੰ ਆਪਾਂ ਸੋਤਰਾ ਕਹਿ ਦਿੰਦੇ ਹਾਂ। ਜਿਸ ਤੇ ਕੋਈ ਬੱਚਾ ਹੋਵੇ ਹੈ ਸਾਥੀਓ ਉਸ ਨੂੰ ਸੋਤਰਾ ਕਹਿੰਦੇ। ਇਸ ਨੂੰ ਦੁਬਾਰਾ ਰਿਵਾਈਜ਼ ਕਰ ਲੈਣਾ। ਜਿਸ ਦੇ ਬੱਚਾ ਹੋਵੇ ਉਸ ਨੂੰ ਆਪਾਂ ਸੋਤਰਾ ਕਹਿੰਦੇ ਹਾਂ, ਪਰ ਜਿਸ ਦੇ ਕੋਈ ਬੱਚਾ ਨਾ ਹੋਵੇ ਉਹਨੂੰ ਆਪਾਂ ਔਤਰਾ ਕਹਿੰਦੇ ਹਾਂ। ਜਿਸ ਦੇ ਕੋਈ ਬੱਚਾ ਨਾ ਹੋਵੇ ਉਸ ਨੂੰ ਕੀ ਕਹਾਂਗੇ? ਔਤਰਾ। ਅਤੇ ਜਿਹੜੇ ਦੇ ਬੱਚੇ ਹੋਣ ਉਹਨੂੰ ਆਪਾਂ ਸੋਤਰਾ। ਜਿਹੜੀ ਗੱਲ ਦੁਨੀਆ ਨਾਲ ਬੀਤੀ ਹੋਵੇ ਉਹ ਜਗ ਬੀਤੀ ਹੁੰਦੀ ਹੈ। ਜੋ ਕੋਈ ਗੱਲ ਕਈ ਦੇਸ਼ਾਂ ਵਿਚਕਾਰ ਹੋਵੇ ਤਾਂ ਉਹਨੂੰ ਆਪਾਂ ਅੰਤਰਰਾਸ਼ਟਰੀ ਕਹਿ ਦਿੰਦੇ ਹਾਂ। ਜਿਸ ਨੂੰ ਅੱਖਾਂ ਤੋਂ ਬਿਲਕੁਲ ਹੀ ਨਾ ਦਿਸਦਾ ਹੋਵੇ ਤਾਂ ਉਹ ਅੰਨਾ ਹੁੰਦਾ ਹੈ। ਜਿਹਨੂੰ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਤਾਂ ਉਹਨੂੰ ਆਪਾਂ ਕੀ ਕਹਾਂਗੇ? ਬਈ ਇਹ ਤਾਂ ਅੰਨਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਹੋਰ ਸ਼ਬਦ ਆ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਲੈਂਦੇ ਹਾਂ। ਜਿਸ ਨੂੰ ਇੱਕ ਹੀ ਅੱਖ ਤੋਂ ਦਿਖਦਾ ਹੋਵੇ
ਉਹਨੂੰ ਆਪਾਂ ਕਾਣਾ ਕਹਿ ਦਿੰਦੇ ਹਾਂ। ਜਿਹੜਾ ਪੜ੍ਹਿਆ ਨਾ ਹੋਵੇ ਉਹਨੂੰ ਆਪਾਂ ਅਨਪੜ੍ਹ ਕਹਿੰਦੇ ਹਾਂ। ਜੋ ਆਪਣੀ ਹੀ ਮਰਜ਼ੀ ਕਰੇ ਉਸ ਨੂੰ ਆਪਾਂ ਆਪ ਹੁਦਰਾ ਕਹਿ ਦਿੰਦੇ ਹਾਂ। ਸਮੇਂ ਤੋਂ ਪਹਿਲਾਂ ਬੀਜੀ ਗਈ ਫਸਲ ਉਸ ਨੂੰ ਆਪਾਂ ਅਗੇਤੀ ਕਹਿੰਦੇ ਹਾਂ। ਜੋ ਆਪਣੀ ਇੱਜ਼ਤ ਦਾ ਬਹੁਤ ਖਿਆਲ ਰੱਖਦਾ ਹੋਵੇ ਉਹ ਅਣਖੀਲਾ ਹੁੰਦਾ ਹੈ। ਕਿਸੇ ਗੱਲ ਨੂੰ ਬਹੁਤ ਵਧਾ ਚੜ੍ਹਾ ਕੇ ਆਖਣਾ ਉਹ ਅਤੀ ਕਥਨੀ ਹੁੰਦੀ ਹੈ। ਜੋ ਜੂਨਾਂ ਤੋਂ ਰਹਿਤ ਹੋਵੇ ਤਾਂ ਉਹ ਅਜੂਨੀ ਹੁੰਦਾ ਹੈ। ਪਹਿਲਵਾਨਾਂ ਦੇ ਘੁਲਣ ਦੀ ਥਾਂ ਨੂੰ ਆਪਾਂ ਅਖਾੜਾ ਕਹਿ ਦਿੰਦੇ ਹਾਂ। ਜਿਸ ਨੂੰ ਕਹਿ ਕੇ ਦੱਸਣਾ ਹੋਵੇ ਤਾਂ ਉਹ ਅਕਹਿ ਅਖਵਾਉਂਦਾ ਹੈ। ਜੋ ਦਿਲ ਦੀਆਂ ਜਾਣਦਾ ਹੋਵੇ ਉਸ ਨੂੰ ਆਪਾਂ ਅੰਤਰਜਾਮੀ ਕਹਿੰਦੇ ਹਾਂ। ਜਿਸ ਥਾਂ ਘੁਮਿਆਰ ਅੱਗ ਨਾਲ ਭਾਂਡੇ ਪਕਾਉਂਦਾ ਹੈ ਤਾਂ ਉਹਨੂੰ ਸਾਥੀਓ ਆਵਾ ਕਿਹਾ ਜਾਂਦਾ ਹੈ। ਤਾਂ ਇਹ ਸਨ ਸਾਥੀਓ ਕੁਝ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਜਿਹੜੇ ਕਿ ਸਿੱਧੇ ਆਪ ਨੂੰ ਪ੍ਰੀਖਿਆ ਦੇ ਅੰਦਰ ਐਸੇ ਤਰੀਕੇ ਨਾਲ ਪੁੱਛੇ ਜਾਣ ਵਾਲੇ ਨੇ। ਅਤੇ ਇਹ ਮੰਨ ਕੇ ਚੱਲੋ ਕਿ 1% ਤਾਂ ਇਸ ਸੰਬੰਧੀ ਆਉਣਾ ਪੱਕਾ ਹੈ। ਤਾਂ ਇੱਕ ਇੱਕ ਕਰਕੇ ਤੁਹਾਡੇ ਕੋਲ ਇਹ ਸਾਰੇ ਪੁਆਇੰਟਾਂ ਦੇ ਅੰਦਰੋਂ 30% ਹੋ ਜਾਣੇ ਹੈ। ਤਾਂ ਤੁਸੀਂ ਹਰ ਇੱਕ ਪੁਆਇੰਟ ਨੂੰ ਨੋਟਿਸ ਕਰਦੇ ਹੋਏ ਉਸ ਦਾ ਰਿਵੀਜ਼ਨ ਕਰਦੇ ਰਹਿਣਾ ਹੈ, ਉਸ ਦੇ ਨਾਲ ਜੁੜਿਆ ਰਹਿਣਾ ਹੈ। ਆਪ ਨੂੰ ਮੈਂ ਇਸ ਦੀ ਪੂਰੀ ਕੰਪਲੀਟ ਵੀਡੀਓ ਵੀ ਆਪ ਨੂੰ ਅਵੇਲੇਬਲ ਕਰਵਾ ਦਿਆਂਗਾ ਅਤੇ ਇਸ ਦੇ ਨਾਲ ਹੀ ਇਸ ਦੀ PDF ਵੀ ਬਾਅਦ ਦੇ ਅੰਦਰ ਆਪ ਨੂੰ ਮਿਲ ਜਾਏਗੀ। ਇਹ ਗੱਲ ਹੋਰ ਨੋਟ ਕਰ ਲੈਣਾ, ਪਹਿਲੇ ਮੈਂ ਵੀਡੀਓ ਪ੍ਰੋਵਾਈਡ ਕਰਵਾ ਰਿਹਾ, ਉਸ ਤੋਂ ਬਾਅਦ ਉਸ ਦੀ PDF ਹੈ ਜੋ ਉਹ ਆਪ ਨੂੰ ਪੜ੍ਹਨ ਦੇ ਲਈ ਅਵੇਲੇਬਲ ਕਰਵਾ ਰਿਹਾ ਟੈਲੀਗ੍ਰਾਮ ਚੈਨਲ ਦੇ ਉੱਪਰ। ਤਾਂ ਐਸੇ ਤਰੀਕੇ ਨਾਲ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਇਸ ਨੂੰ ਆਪਣੇ ਕੀਮਤੀ ਸੁਝਾਅ ਦਿੰਦੇ ਰਹਿਣਾ ਤਾਂ ਕਿ ਅਗਲੀ ਵੀਡੀਓ ਮੈਂ ਆਪ ਦੇ ਲਈ ਹੋਰ ਲਾਹੇਵੰਦ ਬਣਾ ਸਕਾਂ। ਐਸੇ ਆਸ ਦੇ ਨਾਲ ਮਿਲਦਾ ਹਾਂ ਅਗਲੀ ਵੀਡੀਓ ਦੇ ਅੰਦਰ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।